ਸਤਨਾਮ ਵਾਹਿਗੁਰੂ। ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ। ਆਪ ਦੇ ਪਿਤਾ ਗੁਰੂ ਹਰਗੋਬਿੰਦ ਜੀ ਅਤੇ ਮਾਤਾ ਨਾਨਕੀ ਜੀ ਸਨ। ਜਨਮ ਸਮੇਂ ਆਪ ਦਾ ਨਾਂ ਤਿਆਗਮਲ ਰੱਖਿਆ ਗਿਆ। ਆਪ ਨੇ ਭਾਈ ਗੁਰਦਾਸ ਜੀ ਪਾਸੋਂ ਸ਼ਾਸਤਰ ਵਿਦਿਆ ਪ੍ਰਾਪਤ ਕੀਤੀ। ਕੁਝ ਸਮੇਂ ਲਈ ਆਪ ਨੂੰ ਬਾਬਾ ਬੁੱਢਾ ਜੀ ਪਾਸ ਰਮਦਾਸ ਭੇਜਿਆ ਗਿਆ ਤਾਂ ਜੋ ਸਿੱਖ ਧਰਮ ਵਿੱਚ ਹੱਥੀਂ ਕਿਰਤ ਦੀ ਮਹਾਨਤਾ ਦੀ ਵਡਿਆਈ ਦਾ ਪਤਾ ਲੱਗ ਜਾਵੇ। ਭਾਈ ਜੇਠਾ ਜੀ ਨੇ ਆਪ ਨੂੰ ਸ਼ਸਤਰ ਵਿਦਿਆ ਦਿੱਤੀ। ਗੁਰੂ ਤੇਗ ਬਹਾਦਰ ਜੀ ਬੜੇ ਸ਼ਾਂਤ ਸੁਭਾਅ ਦੇ ਸਨ। ਮਾਰਚ 1632 ਈਸਵੀ ਵਿੱਚ ਆਪ ਦੀ ਸ਼ਾਦੀ ਬੀਬੀ ਗੁਜਰੀ ਜੀ ਨਾਲ ਕਰਤਾਰਪੁਰ ਵਿਖੇ ਕੀਤੀ ਗਈ। 1632 ਈਸਵੀ ਦੀ ਵਿਸਾਖੀ ਦਾ ਦੀਵਾਨ ਕਰਤਾਰਪੁਰ ਕੀਤਾ ਗਿਆ। ਪੈਂਦੇ ਖਾਨ ਨੇ ਕਾਲੇ ਖਾਨ ਨੂੰ ਨਾਲ ਲੈ ਕੇ ਕਰਤਾਰਪੁਰ ਉੱਪਰ ਹਮਲਾ ਕਰ ਦਿੱਤਾ। ਅੱਗੋਂ ਗੁਰੂ ਹਰਗੋਬਿੰਦ ਜੀ ਵੀ ਆਪਣੀ ਫੌਜ ਲੈ ਕੇ ਟਾਕਰੇ ਲਈ ਮੈਦਾਨ ਵਿੱਚ ਪੁੱਜ ਗਏ। ਤੇਗ ਬਹਾਦਰ ਜੀ ਉਹਨਾਂ ਦਿਨਾਂ ਵਿੱਚ ਸਿਰਫ 13 ਸਾਲਾਂ ਦੇ ਸਨ। ਉਹ ਨਾ ਆਪਣੇ ਸ਼ਸਤਰ ਪਹਿਨੇ ਅਤੇ ਧਰਮ ਯੁੱਧ ਵਿੱਚ ਪੁੱਜ ਗਏ। ਜੰਗ ਵਿੱਚ ਪੈਂਦੇ ਖਾਂ ਤੇ ਕਾਲੇ ਖਾਂ ਦੇ ਮਾਰੇ ਜਾਣ ਉਪਰੰਤ ਸ਼ਾਹੀ ਫੌਜ ਜਿੱਧਰੋਂ ਆਈ ਸੀ ਹਾਰ ਖਾ ਕੇ ਉਸੇ ਪਾਸੇ ਨੂੰ ਮੁੜ ਗਈ। ਫੌਜ ਦੇ ਚਲੇ ਜਾਣ ਪਿੱਛੋਂ ਗੁਰੂ ਹਰਗੋਬਿੰਦ ਜੀ ਨੇ ਕੀਰਤਪੁਰ ਵੱਲ ਨੂੰ ਚਾਲੇ ਪਾ ਦਿੱਤੇ। ਫਗਵਾੜੇ ਕੋਲ ਪਲਾਹੀ ਪਿੰਡ ਦੇ ਨੇੜੇ ਸ਼ਾਹੀ ਫੌਜ ਨੇ ਪਿੱਛੋਂ ਆ ਕੇ ਫਿਰ ਹਮਲਾ ਕਰ ਦਿੱਤਾ। ਉਸ ਜੰਗ ਵਿੱਚ ਤੇਗ ਬਹਾਦਰ ਜੀ ਨੇ ਤੇਗ ਚਲਾਉਣ ਦੀ ਕਮਾਲ ਕਰ ਦਿੱਤੀ। ਗੁਰੂ ਹਰਗੋਬਿੰਦ ਜੀ ਉਹਨਾਂ ਦੀ ਬਹਾਦਰੀ ਦੇਖ ਕੇ ਬੜੇ ਖੁਸ਼ ਹੋਏ। ਸ਼ਾਹੀ ਫੌਜ ਨੂੰ ਇਸ ਹਮਲੇ ਵਿੱਚ ਵੀ ਮੂੰਹ ਦਿਖਾਣੀ ਪਈ। ਜੰਗ ਖਤਮ ਹੋਣ ਪਿੱਛੋਂ ਗੁਰੂ ਹਰਗੋਬਿੰਦ ਜੀ ਨੇ ਤੇਗ ਬਹਾਦਰ ਜੀ ਨੂੰ ਪਾਸ ਬੁਲਾ ਕੇ ਕਿਹਾ, ਬੇਟਾ, ਅੱਜ ਤੋਂ ਤੇਰਾ ਨਾਂ ਤਿਆਗਮਲ ਨਹੀਂ, ਤੇਗ ਬਹਾਦਰ ਹੈ। ਤੁਸੀਂ ਤੇਗ ਦੇ ਧਨੀ ਹੋ। ਗੁਰੂ ਹਰਗੋਬਿੰਦ ਜੀ ਨੇ 3 ਮਾਰਚ 1644 ਈਸਵੀ ਨੂੰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਦੀ ਜ਼ਿੰਮੇਵਾਰੀ ਆਪਣੇ ਪੋਤਰੇ ਹਰ ਰਾਏ ਜੀ ਨੂੰ ਸੌਂਪ ਦਿੱਤੀ ਅਤੇ ਤੇਗ ਬਹਾਦਰ ਜੀ ਨੂੰ ਕੀਰਤਪੁਰ ਤੋਂ ਬਕਾਲੇ ਜਾਣ ਦੀ ਆਗਿਆ ਕਰ ਦਿੱਤੀ। ਤੇਗ ਬਹਾਦਰ ਜੀ ਉਹਨਾਂ ਦਾ ਹੁਕਮ ਮੰਨ ਕੇ ਮਾਤਾ ਨਾਨਕੀ ਅਤੇ ਮਾਤਾ ਗੁਜਰੀ ਜੀ ਨੂੰ ਨਾਲ ਲੈ ਕੇ ਬਕਾਲੇ ਪਿੰਡ ਚਲੇ ਗਏ। ਬਕਾਲਾ ਉਹਨਾਂ ਦਾ ਨਾਨਕਾ ਪਿੰਡ ਸੀ। 30 ਮਾਰਚ 1664 ਈਸਵੀ ਨੂੰ ਗੁਰੂ ਹਰਕ੍ਰਿਸ਼ਨ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਬਚਨ ਕਰ ਗਏ, ਗੁਰੂ ਬਾਬਾ ਬਕਾਲੇ। ਜਦੋਂ ਸੋਢੀਆਂ ਨੂੰ ਗੁਰੂ ਹਰਕ੍ਰਿਸ਼ਨ ਜੀ ਦੇ ਇਹਨਾਂ ਬਚਨਾਂ ਦਾ ਪਤਾ ਲੱਗਾ ਤਾਂ ਬਹੁਤ ਸਾਰੇ ਸੋਢੀ ਗੁਰੂ ਬਣਨ ਦੀ ਇੱਛਾ ਨਾਲ ਬਕਾਲੇ ਪੁੱਜ ਗਏ। ਇਹਨਾਂ ਵਿੱਚ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਧੀਰਮਲ ਵੀ ਸੀ। ਸਿੱਖਾਂ ਨੂੰ ਸਮਝ ਨਾ ਪਵੇ ਕਿ ਸੱਚਾ ਗੁਰੂ ਕਿਹੜਾ ਸੀ। 9 ਅਕਤੂਬਰ 1664 ਈਸਵੀ ਨੂੰ ਮੱਖਣ ਸ਼ਾਹ ਵਪਾਰੀ ਆਪਣਾ ਦਸਵੰਧ ਗੁਰੂ ਘਰ ਭੇਂਟ ਕਰਨ ਲਈ ਬਕਾਲੇ ਪੁੱਜਿਆ। ਉਸਨੇ ਬਹੁਤ ਸਾਰੇ ਗੁਰੂ ਦੇਖ ਕੇ ਸਮਝ ਲਿਆ ਕਿ ਉਹਨਾਂ ਵਿੱਚ ਸਿਰਫ ਇੱਕ ਸੱਚਾ ਗੁਰੂ ਸੀ ਤੇ ਬਾਕੀ ਸਾਰੇ ਝੂਠੇ ਸਨ। ਉਸਨੇ ਇਸ ਵਿਚਾਰ ਨਾਲ ਕਿ ਸੱਚਾ ਗੁਰੂ ਆਪਣਾ ਦਸਵੰਧ ਆਪ ਮੰਗ ਲਵੇਗਾ, ਉਸਨੇ ਹਰ ਗੁਰੂ ਅਖਵਾਉਣ ਵਾਲੇ ਸੋਢੀ ਅੱਗੇ 2 ਮੋਹਰਾਂ ਰੱਖ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਕਿਸੇ ਦਿਖਾਵੇ ਦੇ ਗੁਰੂ ਨੇ ਉਸ ਪਾਸੋਂ ਆਪਣੀ ਦਸਵੰਧ ਨਾ ਮੰਗੀ ਤਾਂ ਉਸਨੇ ਬਕਾਲੇ ਦੇ ਵਾਸੀਆਂ ਪਾਸਿਓਂ ਪੁੱਛਿਆ ਕਿ ਇੱਥੇ ਹੋਰ ਵੀ ਕੋਈ ਸੋਢੀ ਹੈ। ਉਹਨਾਂ ਤੇਗ ਬਹਾਦਰ ਜੀ ਦੀ ਦੱਸ ਪਾਈ। ਮੱਖਣ ਸ਼ਾਹ ਨਗਰ ਵਾਸੀਆਂ ਦੇ ਦੱਸਣ ਉੱਪਰ ਗੁਰੂ ਤੇਗ ਬਹਾਦਰ ਜੀ ਦੇ ਘਰ ਪੁੱਜ ਗਿਆ। ਉਸਨੇ 2 ਮੋਹਰਾਂ ਗੁਰੂ ਤੇਗ ਬਹਾਦਰ ਜੀ ਅੱਗੇ ਵੀ ਰੱਖ ਕੇ ਮੱਥਾ ਟੇਕਿਆ। ਗੁਰੂ ਤੇਗ ਬਹਾਦਰ ਜੀ ਨੇ 2 ਮੋਹਰਾਂ ਦੇਖ ਕੇ ਕਿਹਾ, ਭਾਈ ਸਿੱਖਾ, ਇੱਥੇ 2 ਮੋਹਰਾਂ ਨਹੀਂ, ਇੱਥੇ ਤਾਂ ਗੁਰੂ ਦਾ ਪੂਰਾ ਦਸਵੰਧ ਚਾਹੀਦਾ। ਮੱਖਣ ਸ਼ਾਹ ਨੇ ਦਸਵੰਧ ਗੁਰੂ ਜੀ ਅੱਗੇ ਭੇਟਾ ਕਰ ਦਿੱਤਾ। ਆਪ ਮਕਾਨ ਦੀ ਛੱਤ ਉੱਪਰ ਚੜ ਗਿਆ ਅਤੇ ਬੜੀ ਜ਼ੋਰ-ਜ਼ੋਰ ਦੀ ਆਖਣ ਲੱਗਾ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਮੱਖਣ ਸ਼ਾਹ ਦੀਆਂ ਆਵਾਜ਼ਾਂ ਸੁਣ ਕੇ ਸਿੱਖ ਸੰਗਤ ਗੁਰੂ ਤੇਗ ਬਹਾਦਰ ਜੀ ਦੇ ਘਰ ਇਕੱਠੀ ਹੋਣ ਲੱਗੀ। ਮੱਖਣ ਸ਼ਾਹ ਨੇ ਇਕੱਠੀ ਹੋਈ ਸੰਗਤ ਨੂੰ ਆਪ ਬੀਤੀ ਸੁਣਾਈ, ਜਿਸ ਨਾਲ ਗੁਰੂ ਤੇਗ ਬਹਾਦਰ ਜੀ ਦੇ ਸੱਚੇ ਗੁਰੂ ਹੋਣ ਦਾ ਪਤਾ ਸਾਰੀ ਸੰਗਤ ਨੂੰ ਲੱਗ ਗਿਆ। ਬਾਕੀ ਭੇਖੀ ਗੁਰੂਆਂ ਨੂੰ ਸੱਚੇ ਗੁਰੂ ਦੇ ਪ੍ਰਗਟ ਹੋਣ ਬਾਰੇ ਸੁਣ ਕੇ ਬੜਾ ਦੁੱਖ ਹੋਇਆ, ਕਿਉਂਕਿ ਉਹਨਾਂ ਭੇਖੀਆਂ ਨੂੰ ਸਿੱਖਾਂ ਪਾਸੋਂ ਭੇਟਾਂ ਮਿਲਣੀਆਂ ਬੰਦ ਹੋ ਜਾਣੀਆਂ ਸਨ। ਅਸੀਂ ਇਸ ਸਾਖੀ ਵਿੱਚ ਸਮਝਿਆ ਕਿ ਭੇਖਧਾਰੀ ਹਰ ਸਮੇਂ ਇਸੇ ਮੌਕੇ ਦੀ ਉਡੀਕ ਵਿੱਚ ਰਹਿੰਦੇ ਨੇ ਕਦੋਂ ਪੰਥ ਵਿੱਚ ਕੋਈ ਭੁਲੇਖਾ ਪਵੇ ਅਤੇ ਉਹ ਆਪਣੀ ਗੱਦੀ ਚਲਾ ਸਕਣ। ਅੱਜ ਪੰਥ ਵਿੱਚ ਬਹੁਤ ਭੁਲੇਖੇ ਪਾ ਦਿੱਤੇ ਗਏ ਹਨ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਪੰਜਾਬ ਦੇ ਹਰ ਪਿੰਡ ਵਿੱਚ ਭੇਖਧਾਰੀਆਂ ਦੇ ਡੇਰੇ ਖੁੱਲੇ ਹੋਏ ਹਨ। ਜੇ ਅਸੀਂ
ਸ਼ਬਦ ਗੁਰੂ ਦੇ ਸਿਧਾਂਤ ਨਾਲ ਜੁੜ ਕੇ ਪੰਥ ਵਿੱਚ ਪਏ ਭੁਲੇਖੇ ਦੂਰ ਕਰ ਦਈਏ ਤਾਂ ਇਹਨਾਂ ਦੀ ਹੋਂਦ ਆਪਣੇ ਆਪ ਹੀ ਖਤਮ ਹੋ ਜਾਵੇਗੀ। ਜਦੋਂ ਬਕਾਲੇ ਵਿੱਚ ਨਕਲੀ ਬਣੇ ਗੁਰੂਆਂ ਦਾ ਪਾਜ ਖੁੱਲ ਗਿਆ ਤੇ ਸਾਰੇ ਆਪੋ ਆਪਣੇ ਰਾਹ ਚੱਲ ਪਏ। ਧੀਰਮਲ ਇਹਨਾਂ ਸਭਨਾਂ ਵਿੱਚੋਂ ਪ੍ਰਮੁੱਖ ਸਨ। ਬਾਕੀ ਦਾਅਵੇਦਾਰਾਂ ਨਾਲੋਂ ਇਹਨਾਂ ਦਾ ਪਾਸਾ ਇਸ ਗੱਲੋਂ ਵੀ ਵਧੇਕ ਪੱਕਾ ਸੀ ਕਿ ਭਾਈ ਗੁਰਦਾਸ ਜੀ ਦੇ ਹੱਥਾਂ ਦੀ ਲਿਖੀ ਹੋਈ ਆਦ ਬੀੜ ਇਹਨਾਂ ਦੇ ਕਬਜ਼ੇ ਵਿੱਚ ਸੀ। ਧੀਰਮਲ ਉਹ ਬੀੜ ਵੀ ਕਰਤਾਰਪੁਰ ਤੋਂ ਆਪਣੇ ਨਾਲ ਬਕਾਲੇ ਲੈ ਆਏ ਹੋਏ ਸਨ। ਧੀਰਮਲ ਦੇ ਮਸੰਦ ਸ਼ੀਹੇ ਨੇ ਜਾਂਦੀ ਬਾਜ਼ੀ ਸਮਝ ਕੇ ਅਜੇ ਇੱਕ ਹੋਰ ਹੱਥ ਖੇਡਿਆ। ਗੁਰੂ ਤੇਗ ਬਹਾਦਰ ਸਾਹਿਬ ਨੂੰ ਇਕੱਲੇ ਬੈਠਿਆਂ ਵੇਖ ਕੇ ਉਸ ਨੇ ਉਹਨਾਂ ਉੱਤੇ ਬੰਦੂਕ ਦਾ ਵਾਰ ਕੀਤਾ, ਪਰ ਨਿਸ਼ਾਨਾ ਖੁੰਝ ਗਿਆ ਅਤੇ ਬਚਾਅ ਹੋ ਗਿਆ। ਸ਼ੀਹੇ ਨੇ ਆਪਣੇ ਸਾਥੀਆਂ ਦੀ ਸਹਾਇਤਾ ਨਾਲ ਗੁਰੂ ਘਰ ਵਿੱਚੋਂ ਜੋ ਸਮਾਨ ਤੇ ਪੈਸਾ ਟੱਕਾ ਲੱਭਾ ਉਹ ਲੁੱਟ ਲਿਆ ਅਤੇ ਬਾਬਾ ਧੀਰਮਲ ਦੇ ਨਾਲ ਸਾਰੇ ਕਰਤਾਰਪੁਰ ਨੂੰ ਚੱਲ ਪਏ। ਅਜਿਹੀ ਅੱਤ ਦੀ ਵਧੀਕੀ ਸਰਕਾਰੀ ਚੁੱਕ ਦੇ ਜ਼ੋਰ ਹੀ ਕੀਤੀ ਜਾ ਸਕਦੀ ਹੈ। ਧੀਰਮਲ ਨੂੰ ਤਾਂ ਬਾਦਸ਼ਾਹ ਵੱਲੋਂ ਜਗੀਰ ਵੀ ਮਿਲੀ ਹੋਈ ਸੀ। ਅਜਿਹੀ ਸਰਪ੍ਰਸਤੀ ਕਿਸੇ ਨਾਜ਼ੁਕ ਸਮੇਂ ਹੀ ਆਪਣਾ ਰੰਗ ਵਿਖਾਇਆ ਕਰਦੀ ਹੈ। ਪਰ ਪਰਮਾਤਮਾ ਦੀ ਕਿਰਪਾ ਨਾਲ ਵੈਰੀਆਂ ਦਾ ਇਹ ਵਾਰ ਵੀ ਖਾਲੀ ਗਿਆ। ਮੱਖਣ ਸ਼ਾਹ ਨੇ ਨੇੜੇ ਹੀ ਡੇਰਾ ਲਾਇਆ ਹੋਇਆ ਸੀ। ਕਈ ਹੋਰ ਸਿੱਖ ਵੀ ਅਜੇ ਬਕਾਲੇ ਵਿੱਚ ਹੀ ਸਨ। ਬੰਦੂਕ ਚੱਲਣ ਦਾ ਖੜਾਕ ਸੁਣ ਕੇ ਸਭ ਆ ਇਕੱਠੇ ਹੋਏ। ਅਸਲ ਘਟਨਾ ਦਾ ਪਤਾ ਲੱਗਣ ਤੇ ਮੱਖਣ ਸ਼ਾਹ ਸਮੇਤ ਕਈਆਂ ਨੇ ਧੀਰਮਲ ਦਾ ਪਿੱਛਾ ਕੀਤਾ। ਗੁਰੂ ਘਰ ਤੋਂ ਲੁੱਟਿਆ ਹੋਇਆ ਮਾਲ ਉਹ ਮੋੜ ਲਿਆਏ। ਇਹ ਜ਼ਿਕਰ ਅਗਸਤ 1664 ਦਾ ਹੈ। ਹੁਣ ਸਤਿਗੁਰੂ ਜੀ ਬਾਹਰ ਦੁਆਲੇ ਦੇ ਇਲਾਕੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜੀਵਨ ਸੁਨੇਹਾ ਪ੍ਰਚਾਰਨ ਲਈ ਚੱਲ ਪਏ। ਭਾਈ ਮੱਖਣ ਸ਼ਾਹ ਵੀ ਅਜੇ ਨਾਲ ਹੀ ਸੀ। ਕਈ ਪਿੰਡਾਂ ਵਿੱਚੋਂ ਹੁੰਦੇ ਹੋਏ ਸਤਿਗੁਰੂ ਜੀ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ। ਗੁਰੂ ਹਰਗੋਬਿੰਦ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਸਨ 1630 ਵਿੱਚ ਚਲੇ ਗਏ ਸਨ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਤਸੰਗ ਆਦਿਕ ਦਾ ਪ੍ਰਬੰਧ ਰੋਜ਼ਾਨਾ ਸੇਵਾ ਕਰਨ ਵਾਲੇ ਸਿੱਖ ਸੇਵਕਾਂ ਦੇ ਸਪੁਰਦ ਕਰ ਗਏ ਸਨ। ਪੁਜਾਰੀਆਂ ਸੇਵਕਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਦਾ ਕੰਮ ਕਰਦਿਆਂ 34 ਸਾਲ ਹੋ ਚੁੱਕੇ ਸਨ। ਇਸ ਸਮੇਂ ਦੌਰਾਨ ਇਹਨਾਂ ਦੇ ਜੀਵਨ ਵਿੱਚ ਕਾਫੀ ਗਿਰਾਵਟ ਆ ਚੁੱਕੀ ਸੀ। ਇੱਥੋਂ ਦੀ ਪੂਜਾ ਭੇਟ ਦੀ ਆਮਦਨ ਹੀ ਉਹਨਾਂ ਦੀ ਰੋਜ਼ੀ ਰੋਟੀ ਦਾ ਵਸੀਲਾ ਬਣ ਚੁੱਕੀ ਸੀ। ਜੇ ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤਸਰ ਨੂੰ ਆਪਣਾ ਨਿਵਾਸ ਸਥਾਨ ਬਣਾ ਲੈਂਦੇ ਤਾਂ ਉਹਨਾਂ ਪੁਜਾਰੀਆਂ ਦੀ ਰੋਜ਼ੀ ਦੇ ਡੋਲਣ ਦਾ ਖਤਰਾ ਸੀ। ਸੋ ਸਤਿਗੁਰੂ ਜੀ ਦੇ ਇੱਥੇ ਆਇਆਂ ਪੁਜਾਰੀਆਂ ਨੂੰ ਸ਼ਾਇਦ ਇਹੀ ਤੋਖਲਾ ਪੈ ਗਿਆ ਸੀ। ਸਰਕਾਰੀ ਹਵਾ ਦਾ ਰੁਖ ਵੀ ਅੰਦਰੋਂ ਅੰਦਰ ਸਿੱਖ ਕੌਮ ਵਿੱਚ ਫੁੱਟ ਪਵਾਉਣ ਵਾਲਾ ਸੀ। ਗੁਰੂ ਤੇਗ ਬਹਾਦਰ ਸਾਹਿਬ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਤਾਂ ਪੁਜਾਰੀ ਦਰਵਾਜ਼ੇ ਬੰਦ ਕਰਕੇ ਚਲੇ ਗਏ। ਸਤਿਗੁਰੂ ਜੀ ਢੇਰ ਸਮਾਂ ਉੱਥੇ ਹੀ ਬੈਠੇ ਉਡੀਕਦੇ ਰਹੇ, ਪਰ ਦਰਵਾਜ਼ੇ ਬੰਦ ਹੀ ਰਹੇ। ਉਹਨਾਂ ਦੇ ਮਨ ਦਾ ਖੋਟ ਗੁਰੂ ਸਾਹਿਬ ਸਮਝ ਚੁੱਕੇ ਸਨ। ਕਵੀ ਸੰਤੋਖ ਸਿੰਘ ਦੇ ਲਫ਼ਜ਼ਾਂ ਅਨੁਸਾਰ ਹਜ਼ੂਰ ਨੇ ਫਰਮਾਇਆ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਭਾਵ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਮਸੰਦ ਜਾਂ ਸੇਵਾਦਾਰ ਨਹੀਂ, ਤੁਸੀਂ ਤਾਂ ਤ੍ਰਿਸ਼ਨਾ ਦੀ ਅੱਗ ਨਾਲ ਅੰਦਰੋਂ ਸੜੇ ਹੋਏ ਹੋ। ਆਖਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਿਨਾਂ ਹੀ ਸਤਿਗੁਰੂ ਜੀ ਅੰਮ੍ਰਿਤਸਰ ਤੋਂ ਵਾਪਸ ਮੁੜ ਪਏ। ਜਿਸ ਥਾਂ ਪੁਜਾਰੀਆਂ ਦੇ ਮੁੜ ਆਉਣ ਦੀ ਉਡੀਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਰਹੇ ਸਨ, ਉੱਥੇ ਹੁਣ ਗੁਰਦੁਆਰਾ ਥੜਾ ਸਾਹਿਬ ਹੈ। ਇਹ ਸ੍ਰੀ ਅਕਾਲ ਤਖਤ ਸਾਹਿਬ ਤੋਂ 100 ਕੁ ਗਜ਼ਾਂ ਦੀ ਵਿੱਥ ਤੇ ਹੈ। ਗੁਰੂ ਤੇਗ ਬਹਾਦਰ ਸਮੇਂ ਵਾਪਰੀਆਂ ਇਹ ਘਟਨਾਵਾਂ ਤੇ ਐਵੇਂ ਜਾਪਦੀਆਂ ਹਨ ਜਿਵੇਂ ਅੱਜ ਦੀਆਂ ਹੋਣ। ਜਿਵੇਂ ਗੁਰੂ ਸਾਹਿਬ ਉੱਤੇ ਗੋਲੀ ਦਾ ਵਾਰ ਸਰਕਾਰੀ ਸ਼ਹਿ ਤੇ ਧੀਰਮਲ ਦੇ ਇਸ਼ਾਰੇ ਤੇ ਸ਼ੀਹੇ ਮਸੰਦ ਨੇ ਕੀਤਾ ਸੀ। ਇਸ ਗੱਲ ਨੂੰ ਸਮਝਣ ਵਿੱਚ ਮੁਸ਼ਕਲ ਨਹੀਂ ਆਣੀ ਚਾਹੀਦੀ ਕਿ ਅਜੋਕੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਕ ਪਾੜ ਕੇ ਬੇਦਬੀ ਦੀਆਂ ਘਟਨਾਵਾਂ ਵੀ ਸਰਕਾਰੀ ਸ਼ਹਿ ਤੇ ਦੇਹਧਾਰੀ ਗੁਰੂਆਂ ਜਾਂ ਡੇਰੇਦਾਰਾਂ ਦੇ ਇਸ਼ਾਰੇ ਤੇ ਉਹਨਾਂ ਦੇ ਚੇਲਿਆਂ ਦੀ ਕਰਤੂਤ ਹੀ ਹੈ। ਅਤੇ ਅੱਜ ਵੀ ਤਾਂ ਪੁਜਾਰੀਆਂ ਨੇ ਤਤ ਗੁਰਮਤ, ਨਾਨਕਸ਼ਾਹੀ ਕੈਲੰਡਰ, ਸਿੱਖ ਰਹਿਤ ਮਰਿਆਦਾ, ਸਰਬੱਤ ਖਾਲਸਾ, ਇਹਨਾਂ ਵਾਸਤੇ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਹੀ ਤਾਂ ਕੀਤੇ ਹੋਏ ਨੇ।
ਸਿੱਖ ਧਰਮ ਦੇ ਪ੍ਰਚਾਰ ਦੇ ਕੰਮ ਨੂੰ ਵਧੀਕ ਪੱਕੇ ਪੈਰਾਂ ਤੇ ਖੜਾ ਕਰਨ ਲਈ ਅਤੇ ਦੂਰ ਦੁਰੇਡੇ ਵਸਦੇ ਸਿੱਖਾਂ ਵਿੱਚ ਸਿੱਖੀ ਜੀਵਨ ਦੀ ਰੋਹ ਤਿੱਖੀ ਕਰਨ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਪੂਰਬ ਦੇਸ਼ ਵੱਲ ਲੰਮਾ ਚੱਕਰ ਲਾਇਆ। ਆਪ ਪਰਿਵਾਰ ਸਮੇਤ ਹੀ ਗਏ ਸਨ। ਕੀਰਤਨੀਏ, ਰਬਾਬੀ ਅਤੇ ਕੁਝ ਹੋਰ ਉੱਗੇ ਸਿੱਖ ਵੀ ਨਾਲ ਗਏ। ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਉਸ ਸਾਰੇ ਇਲਾਕੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਹੋ ਰਿਹਾ ਸੀ। ਹਰੇਕ ਨਗਰ ਵਿੱਚ ਗੁਰੂ ਘਰ ਦੇ ਸ਼ਰਧਾਲੂ ਮੌਜੂਦ ਸਨ। ਗੁਰੂ ਸਾਹਿਬ ਅਨੰਦਪੁਰ ਤੋਂ ਚੱਲ ਕੇ ਘਨੌਲੀ, ਰੋਪੜ, ਦਾਦੂ ਮਾਜਰਾ, ਨੌਲਖਾ, ਲੰਗ ਆਦਿਕ ਪਿੰਡਾਂ ਵਿੱਚੋਂ ਦੀ ਹੋ ਕੇ ਪਿੰਡ ਮੋਲੋਵਾਲ ਪਹੁੰਚੇ। ਇੱਥੇ 5 ਦਿਨ ਟਿਕਾਣਾ ਕੀਤਾ। ਪਿੰਡ ਦਾ ਪਾਣੀ ਖਾਰਾ ਸੀ। ਸਤਿਗੁਰੂ ਜੀ ਦੀ ਹਦਾਇਤ ਅਤੇ ਮਾਇਕ ਸਹਾਇਤਾ ਦੀ ਬਰਕਤ ਨਾਲ ਡੂੰਘੇ ਪੁੱਟੇ ਖੂਹਾਂ ਵਿੱਚੋਂ ਮਿੱਠਾ ਪਾਣੀ ਨਿਕਲਿਆ। ਇੱਥੇ ਹੁਣ ਗੁਰਦੁਆਰਾ ਹੈ ਜੋ ਮਹਾਰਾਜਾ ਕਰਮ ਸਿੰਘ ਨੇ 1825 ਵਿੱਚ ਬਣਾਇਆ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਾਲਵੇ ਵਿੱਚੋਂ ਲੰਘਦਿਆਂ ਲੋਕਾਂ ਨੂੰ ਗੋਰ, ਗੁੱਗਾ ਆਦਿਕ ਪੂਜਨ ਤੋਂ ਵਰਜ ਕੇ ਇੱਕ ਅਕਾਲ ਪੁਰਖ ਦੀ ਭਗਤੀ ਦਾ ਰਾਹ ਦੱਸਿਆ। ਭਿੱਖੀ ਤੋਂ ਅਗਾਂਹ ਪਿੰਡ ਦਲੇਊ, ਅਲੀ ਸ਼ੇਰ, ਖਿਆਲਾ, ਮੋੜ, ਮਾਈਸਰ ਖਾਨਾ ਆਦਿਕ ਤੋਂ ਹੁੰਦੇ ਹੋਏ ਸਤਿਗੁਰੂ ਜੀ ਸਾਬੋ ਕੀ ਤਲਵੰਡੀ ਅੱਪੜੇ। ਇੱਥੇ ਗੁਰਦੁਆਰਾ ਦਮਦਮਾ ਸਾਹਿਬ ਹੈ। ਜਿੱਥੇ ਜਿੱਥੇ ਵੀ ਸਤਿਗੁਰੂ ਜੀ ਜਾਂਦੇ ਸਨ, ਲੋਕਾਂ ਨੂੰ ਮੰਦ ਕਰਮਾਂ ਵੱਲੋਂ ਰੋਕਦੇ ਸਨ। ਚੋਰੀ ਕਰਨੀ, ਧੀਆਂ ਦਾ ਪੈਸਾ ਲੈਣਾ, ਅਜਿਹੇ ਕਈ ਕੁਕਰਮਾਂ ਤੋਂ ਬਚਣ ਲਈ ਉਪਦੇਸ਼ ਕੀਤਾ। ਕਈ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਧਮਤਾਨ, ਪਟਿਆਲਾ ਦੀ ਤਹਿਸੀਲ ਪਹੁੰਚੇ। ਇਸ ਯਾਤਰਾ ਵਿੱਚ ਇੱਕ ਸਿੱਖ ਭਾਈ ਰਾਮਦੇਵ ਜੱਥੇ ਦੇ ਨਾਲ ਰਿਹਾ। ਪਾਣੀ ਦੀਆਂ ਮਸ਼ਕਾਂ ਭਰ ਭਰ ਕੇ ਲਿਆਉਂਦਾ ਤੇ ਸਭ ਨੂੰ ਪਿਲਾਉਣ ਅਤੇ ਇਸ਼ਨਾਨ ਦੀ ਸੇਵਾ ਕਰਦਾ ਸੀ। ਲੰਗਰ ਵਿੱਚ ਵੀ ਗਾਗਰਾਂ ਭਰ ਕੇ ਲੈ ਜਾਂਦਾ ਤੇ ਡੇਰੇ ਵਿੱਚ ਲੋੜ ਅਨੁਸਾਰ ਛਿੜਕਾਅ ਵੀ ਕਰਦਾ ਸੀ। ਧਮਤਾਨ ਅਪੜ ਕੇ ਸਤਿਗੁਰੂ ਜੀ ਨੇ ਉਸ ਦੀ ਸੇਵਾ ਤੇ ਪ੍ਰਸੰਨ ਹੋ ਕੇ ਉਸ ਦਾ ਨਾਮ ਭਾਈ ਮੀਹਾ ਰੱਖਿਆ ਅਤੇ ਉਸ ਨੂੰ ਪੂਰਬ ਦੇਸ਼ ਵੱਲ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਭੇਜ ਦਿੱਤਾ। ਸੋ ਮੁਰਾਦਾਬਾਦ, ਲਖਨਊ, ਬਾਰਾਬੰਕੀ, ਨਵਾਬਗੰਜ ਆਦਿਕ ਦੇ ਇਲਾਕਿਆਂ ਵਿੱਚ ਮੀਹਾ ਸਾਹਿਬ ਦੇ ਉਪਦੇਸ਼ ਨਾਲ ਬਣੇ ਹੋਏ ਬਥੇਰੇ ਸਿੱਖ ਵਸਦੇ ਹਨ। ਧਮਤਾਨ ਤੋਂ ਸਤਿਗੁਰੂ ਜੀ ਕੈਥਲ ਤੇ ਫਿਰ ਥਨੇਸਰ ਸ਼ਹਿਰ ਪਹੁੰਚੇ। ਲੋਕਾਂ ਨੂੰ ਚੋਰੀ, ਗੋਰ ਗੁੱਗੇ ਦੀ ਪੂਜਾ ਅਤੇ ਤੰਬਾਕੂ ਪੀਣ ਤੋਂ ਵਰਜ ਕੇ ਖਲਕਤ ਦੀ ਸੇਵਾ ਤੇ ਪਰਮਾਤਮਾ ਦੀ ਭਗਤੀ ਦਾ ਉਪਦੇਸ਼ ਦਿੱਤਾ। ਭਾਰਤ ਵਿੱਚ ਤੰਬਾਕੂ ਪੀਣ ਦੀ ਮੰਦੀ ਆਦਤ ਬਹੁਤ ਵੱਧ ਰਹੀ ਸੀ। ਇਸ ਦੇਸ਼ ਵਿੱਚ ਇਹ ਚੀਜ਼ ਅਜੇ ਨਵੀਂ ਹੀ ਆਈ ਸੀ ਤੇ ਸਸਤੀ ਵੀ ਸੀ। ਇਸ ਵਾਸਤੇ ਲੋਕ ਇਸ ਨੂੰ ਬਹੁਤ ਵਰਤਣ ਲੱਗ ਪਏ ਸਨ। ਹੋਰ ਨਸ਼ਿਆਂ ਤੋਂ ਇਲਾਵਾ ਇਸ ਨਵੀਂ ਵੱਧ ਰਹੀ ਬੁਰਾਈ ਨੂੰ ਰੋਕਣ ਦਾ ਖਾਸ ਯਤਨ ਕਰਨਾ ਪਿਆ। ਫਿਰ ਸਤਿਗੁਰੂ ਜੀ ਮਥੁਰਾ ਪਹੁੰਚੇ। ਮਥੁਰਾ ਤੋਂ ਸ਼ਹਿਰ ਆਗਰੇ ਗਏ। ਉੱਥੇ ਮਾਈ ਥਾਨ ਦੇ ਕੋਲ ਇਸ ਯਾਦ ਵਿੱਚ ਗੁਰਦੁਆਰਾ ਬਣਿਆ ਹੋਇਆ ਹੈ। ਇੱਥੋਂ ਨਗਰ ਅਟਾਵਾ ਹੁੰਦੇ ਹੋਏ ਕਾਨਪੁਰ ਗਏ। ਗੰਗਾ ਦੇ ਕੰਢੇ ਡੇਰਾ ਕੀਤਾ। ਉੱਥੇ ਹੁਣ ਇੱਕ ਗੁਰਦੁਆਰਾ ਹੈ। ਕਾਨਪੁਰ ਤੋਂ ਗੁਰੂ ਤੇਗ ਬਹਾਦਰ ਸਾਹਿਬ ਇਲਾਹਾਬਾਦ ਪਹੁੰਚੇ। ਸਤਿਗੁਰੂ ਜੀ ਨੇ ਇਲਾਹਾਬਾਦ ਪ੍ਰਯਾਗ ਆਏ ਯਾਤਰੂਆਂ ਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਰਾਹੀਂ ਸਮਝਾਇਆ ਕਿ ਸਭ ਤੋਂ ਸ੍ਰੇਸ਼ਟ ਤੀਰਥ ਸਾਧ ਸੰਗਤ ਹੈ। ਸਤਸੰਗ ਵਿੱਚ ਪ੍ਰਭੂ ਦੀ ਸਿਫਤ ਸਲਾਹ ਕੀਤਿਆਂ ਪ੍ਰਭੂ ਨਾਲ ਮੇਲ ਹੁੰਦਾ ਹੈ। ਪ੍ਰਭੂ ਮਿਲਾਪ ਹੀ ਪੂਰਾ ਇਸ਼ਨਾਨ ਹੈ। ਪ੍ਰਯਾਗ ਤੋਂ ਚੱਲ ਕੇ ਕਾਸ਼ੀ ਪਹੁੰਚੇ ਤੇ ਫਿਰ ਸ਼ਹਿਰ ਸਸਰਾਮ ਪਹੁੰਚੇ। ਭਾਈ ਫੱਗੋ ਮਸੰਦ ਦੇ ਉਦਮ ਨਾਲ ਉੱਥੇ ਬਾਣੀਏ ਬਹੁਤ ਗਿਣਤੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਿੱਖ ਚਲੇ ਆ ਰਹੇ ਸਨ। ਉਹਨਾਂ ਦੀ ਔਲਾਦ ਵਿੱਚੋਂ ਕਲਕੱਤੇ ਵਿੱਚ ਬੜੇ ਸ਼ਾਹੂਕਾਰ ਹਨ। ਸਸਰਾਮ ਤੋਂ 50 ਕੁ ਮੀਲਾਂ ਦੀ ਵਿੱਥ ਤੇ ਪੂਰਬ ਵੱਲ ਹਿੰਦੂਆਂ ਦਾ ਪ੍ਰਸਿੱਧ ਤੀਰਥ ਸਥਾਨ ਗਿਆ ਹੈ। ਗਿਆ ਵਿੱਚ ਵੀ ਗੁਰੂ ਸਾਹਿਬ ਨੇ ਕਰਮ ਕਾਂਡ ਨੂੰ ਤਿਆਗ ਕੇ ਇੱਕ ਅਕਾਲ ਪੁਰਖ ਦੀ ਭਗਤੀ ਦਾ ਉਪਦੇਸ਼ ਦਿੱਤਾ। ਗਿਆ ਤੋਂ ਗੁਰੂ ਤੇਗ ਬਹਾਦਰ ਸਾਹਿਬ ਉੱਤਰ ਵੱਲ ਰੁਖ ਕਰਕੇ ਪਟਨੇ ਗਏ। ਪਹਿਲੀ ਉਦਾਸੀ ਸਮੇਂ ਗੁਰੂ ਨਾਨਕ ਦੇਵ ਜੀ ਪਟਨੇ 4 ਮਹੀਨੇ ਠਹਿਰੇ ਸਨ। ਸਾਲਸ ਰਾਏ ਜੋਹਰੀ ਅਤੇ ਉਸ ਦਾ ਨੌਕਰ ਅਦਰਕਾ ਸਿੱਖ ਬਣ ਗਏ ਸਨ। ਇੱਥੇ ਸਿੱਖ ਧਰਮ ਦੇ ਪ੍ਰਚਾਰ ਦਾ ਕੇਂਦਰ ਵੀ ਥਾਪਿਆ ਗਿਆ ਸੀ। ਗੁਰੂ ਤੇਗ ਬਹਾਦਰ ਸਾਹਿਬ ਪਹਿਲਾਂ ਸ਼ਹਿਰ ਤੋਂ ਬਾਹਰ ਇੱਕ ਬਾਗ ਵਿੱਚ ਉਤਰੇ, ਇੱਕ ਇਮਲੀ ਦੇ ਰੁੱਖ ਹੇਠ। ਹੁਣ ਤੱਕ ਉਹ ਥਾਂ ਗੁਰੂ ਕਾ ਬਾਗ ਸਦਾਉਂਦਾ ਹੈ। ਫਿਰ ਉੱਥੋਂ ਦਾ ਪ੍ਰਸਿੱਧ ਸ਼ਰਧਾਲੂ ਸਿੱਖ ਭਾਈ ਜੈਤਾ, ਜੋ ਹਲਵਾਈ ਦਾ ਕੰਮ ਕਰਦਾ ਸੀ,
ਉਹਨਾਂ ਨੂੰ ਆਪਣੇ ਘਰ ਲੈ ਗਿਆ। ਕੁਝ ਦਿਨ ਸਤਿਗੁਰੂ ਜੀ ਪਟਨੇ ਵਿੱਚ ਟਿਕੇ, ਫਿਰ ਪਰਿਵਾਰ ਨੂੰ ਇੱਥੇ ਛੱਡ ਕੇ ਆਪ ਅਗਾਂਹ ਚੱਲ ਪਏ। ਬਿਹਾਰ ਪ੍ਰਾਂਤ ਵਿੱਚੋਂ ਲੰਘਦੇ ਹੋਏ ਗੁਰੂ ਸਾਹਿਬ ਬੰਗਾਲ ਦੇਸ਼ ਪਹੁੰਚੇ। ਗੁਰੂ ਨਾਨਕ ਦੇਵ ਜੀ ਨੇ ਬੰਗਾਲ ਵਿੱਚ ਪ੍ਰਚਾਰ ਕਰਨ ਲਈ ਢਾਕੇ ਨੂੰ ਕੇਂਦਰ ਥਾਪਿਆ ਸੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਢਾਕੇ ਪਹੁੰਚੇ, ਤਦੋਂ ਭਾਈ ਬਲਾਕੀ ਦਾਸ ਮਸੰਦ ਪ੍ਰਚਾਰਕ ਸੀ। ਅਸਾਮ ਤੇ ਬੰਗਾਲ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਢਾਕਾ ਇੱਕ ਉੱਘਾ ਕੇਂਦਰੀ ਸਥਾਨ ਸੀ। ਸਤਿਗੁਰੂ ਜੀ ਅਜੇ ਢਾਕੇ ਵਿੱਚ ਹੀ ਸਨ ਜਦੋਂ ਪਟਨੇ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ 26 ਦਸੰਬਰ 1666 ਨੂੰ ਜਨਮ ਲੈਣ ਦੀ ਖਬਰ ਆਈ। ਗੁਰੂ ਤੇਗ ਬਹਾਦਰ ਸਾਹਿਬ ਨੇ ਪਟਨੇ ਦੀ ਸੰਗਤ ਨੂੰ ਧੰਨਵਾਦ ਦੀ ਚਿੱਠੀ ਲਿਖੀ ਕਿ ਸੰਗਤ ਨੇ ਉਹਨਾਂ ਦੇ ਪਰਿਵਾਰ ਦੀ ਸੇਵਾ ਆਦਿਕ ਦਾ ਪੂਰਾ ਧਿਆਨ ਰੱਖਿਆ। ਅਗਾਂਹ ਨੂੰ ਵੀ ਅਜੇ ਧਿਆਨ ਰੱਖਣ ਦੀ ਤਾਕੀਦ ਲਿਖੀ ਅਤੇ ਆਪ ਢਾਕੇ ਤੋਂ ਅਸਾਮ ਪ੍ਰਾਂਤ ਵੱਲ ਚੱਲ ਪਏ। ਗੁਰੂ ਨਾਨਕ ਸਾਹਿਬ ਤੋਂ ਬਾਅਦ ਸਭ ਤੋਂ ਲੰਮੀ ਯਾਤਰਾ ਕਰਨ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਹੋਏ ਹਨ। ਇਨ੍ਹਾਂ ਯਾਤਰਾਵਾਂ ਵਿੱਚ ਗੁਰੂ ਸਾਹਿਬ ਨੇ ਜਿੱਥੇ ਤੰਬਾਕੂ ਵਰਗੀਆਂ ਬੁਰਾਈਆਂ ਤੋਂ ਵਰਜਿਆ, ਉੱਥੇ ਕਰਮਕਾਂਡ ਤਿਆਗ ਕੇ ਇੱਕ ਅਕਾਲ ਪੁਰਖ ਦੀ ਭਗਤੀ ਨਾਲ ਨਿਰਭਉ ਹੋਣ ਦਾ ਉਪਦੇਸ਼ ਦਿੱਤਾ। ਆਪਣੀ ਸ਼ਾਦੀ ਤੋਂ 32 ਸਾਲਾਂ ਬਾਅਦ ਘਰ ਵਿੱਚ ਔਲਾਦ ਨੇ ਜਨਮ ਲੈਣਾ ਸੀ, ਪਰ ਪਰਿਵਾਰਕ ਸੁੱਖ ਮਾਨਣ ਦੀ ਥਾਂ ਸੱਚ ਦੇ ਪ੍ਰਚਾਰ ਨੂੰ ਤਰਜੀਹ ਦਿੱਤੀ। ਜਦੋਂ ਗੁਰੂ ਸਾਹਿਬ ਨੇ ਪਹਿਲੀ ਵਾਰ ਆਪਣੇ ਸਾਹਿਬਜ਼ਾਦੇ ਨੂੰ ਵੇਖਿਆ, ਉਦੋਂ ਗੋਬਿੰਦ ਰਾਏ ਜੀ ਦੀ ਉਮਰ 4 ਸਾਲ ਹੋ ਚੁੱਕੀ ਸੀ। ਪਰ ਅੱਜ ਅਸੀਂ ਆਪਣੇ ਛੋਟੇ-ਛੋਟੇ ਪਰਿਵਾਰਾਂ ਵਿੱਚ ਇੰਨੇ ਮੋਹੇ ਗਏ ਹਾਂ ਕਿ ਅਗਰ ਕੋਈ ਕੌਮੀ ਕਾਰਜਾਂ ਵਾਸਤੇ ਅੱਗੇ ਆਉਣ ਨੂੰ ਕਹੇ ਤੇ ਅੱਗੋਂ ਜਵਾਬ ਮਿਲਦਾ ਹੈ, ਸਾਨੂੰ ਕੀ ਫਰਕ ਪੈਂਦਾ। ਇਹ ਸੁਭਾਅ ਗੁਰੂ ਦੇ ਸਿੱਖ ਨੂੰ ਨਹੀਂ ਪਾਉਂਦਾ। ਆਪਣੀ ਸਮਰੱਥਾ ਅਨੁਸਾਰ ਹਰੇਕ ਸਿੱਖ ਨੂੰ ਸਿੱਖੀ ਦੇ ਪ੍ਰਚਾਰ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਔਰੰਗਜ਼ੇਬ ਦਾ ਇਤਬਾਰੀ ਸਿਆਣਾ ਤਜਰਬੇਕਾਰ ਜਰਨੈਲ ਮੀਰ ਜੁਮਲਾ ਅਸਾਮ ਦੀ ਮੁਹਿੰਮ ਵਿੱਚ ਮਲੇਰੀਏ ਨਾਲ ਮਰ ਗਿਆ। ਉਸ ਦੀ ਮੌਤ ਮੁਗਲ ਹਕੂਮਤ ਵਾਸਤੇ ਇੱਕ ਕਾਰੀ ਸੱਟ ਸੀ। ਉੱਤਰੀ ਅਸਾਮ ਦੇ ਨਿੱਕੇ ਜਿਹੇ ਅਹੋਮ ਕਬੀਲੇ ਨੇ ਆਪਣੇ ਦੇਸ਼ ਦੇ ਭੂਗੋਲਿਕ ਹਾਲਾਤ ਦੀ ਮਦਦ ਨਾਲ ਇਤਨੀ ਵੱਡੀ ਮੁਗਲ ਹਕੂਮਤ ਨੂੰ ਚੰਗੇ ਹੱਥ ਵਿਖਾਏ ਸਨ। ਉਸ ਵਕਤ ਅਹੋਮੀ ਕਬੀਲੇ ਦਾ ਰਾਜਾ ਚੱਕਰਧਵਜ ਸੀ। ਔਰੰਗਜ਼ੇਬ ਨੇ ਮਿਰਜ਼ਾ ਰਾਜਾ ਜੈ ਸਿੰਘ ਦੇ ਪੁੱਤਰ ਰਾਜਾ ਰਾਮ ਸਿੰਘ ਨੂੰ ਅਸਾਮ ਵੱਲ ਜਾਣ ਦਾ ਹੁਕਮ ਦਿੱਤਾ। ਰਾਜਾ ਰਾਮ ਸਿੰਘ ਨੂੰ ਆਪਣੇ ਹੀ ਤਨਖਾਹਦਾਰ 4000 ਰਾਜਪੂਤ ਲੈ ਕੇ ਜਾਣੇ ਪਏ ਸਨ। ਮੁਗਲ ਫੌਜ ਦੇ ਸਿਰਫ 1500 ਸਿਪਾਹੀ ਹੀ ਉਸ ਨੂੰ ਮਦਦ ਵਾਸਤੇ ਮਿਲੇ ਸਨ। ਰਾਜਾ ਰਾਮ ਸਿੰਘ ਬੜੇ ਟੁੱਟੇ ਹੋਏ ਦਿਲ ਨਾਲ ਅਸਾਮ ਵੱਲ ਜਾ ਰਿਹਾ ਸੀ। ਦਰਿਆਈ ਤਾਕਤ ਵੀ ਅਹੋਮੀਆਂ ਦੇ ਹੱਥ ਸੀ। ਨਾਗਾ ਕਬੀਲਾ ਵੀ ਉਹਨਾਂ ਦੇ ਨਾਲ ਰਲ ਗਿਆ। ਰਾਮ ਸਿੰਘ ਬ੍ਰਹਮਪੁੱਤਰ ਦੇ ਉੱਤਰੀ ਕੰਢੇ ਦੇ ਨਾਲ ਵਧਿਆ। ਅਹੋਮੀਏ ਪਿਛਾਂਹ ਹਟਦੇ ਗਏ ਬਾੜ ਨਦੀ ਤੱਕ। ਇੱਥੇ ਟਾਕਰਾ ਹੋਇਆ। ਰਾਮ ਸਿੰਘ ਨੂੰ ਕਾਮਯਾਬੀ ਨਾ ਹੋਈ। 4 ਮਹੀਨੇ ਪਰਸਪਰ ਝੜਪਾਂ ਹੁੰਦੀਆਂ ਰਹੀਆਂ। ਗੁਰੂ ਤੇਗ ਬਹਾਦਰ ਸਾਹਿਬ ਦੱਖਣੀ ਅਸਾਮ ਵੱਲੋਂ ਹੋ ਕੇ 19 ਦਿਨੀ ਉੱਤਰੀ ਅਸਾਮ ਵਿੱਚ ਪਹੁੰਚੇ। ਜਦੋਂ ਰਾਜਾ ਰਾਮ ਸਿੰਘ ਨੂੰ ਇਹ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਅਸਾਮ ਵਿੱਚ ਗਏ ਹੋਏ ਹਨ, ਤਾਂ ਉਸ ਨੂੰ ਕੁਝ ਢਾਰਸ ਮਿਲਦੀ ਰਹੀ। ਰਾਜਾ ਰਾਮ ਸਿੰਘ ਲੜਾਈ ਤੋਂ ਤੰਗ ਆ ਚੁੱਕਾ ਸੀ। ਅਹੋਮੀਏ ਵੀ ਅੱਕੇ ਹੋਏ ਸਨ। ਸਤਿਗੁਰੂ ਜੀ ਨੇ ਵਿੱਚ ਪੈ ਕੇ ਦੋਹਾਂ ਧਿਰਾਂ ਨੂੰ ਸਮਝਾਇਆ। ਰਾਜਾ ਚੱਕਰਧਵਜ ਅਤੇ ਰਾਜਾ ਰਾਮ ਸਿੰਘ ਦੇ ਵਿਚਕਾਰ ਸੁਲ੍ਹਾ ਦੀ ਗੱਲਬਾਤ ਸ਼ੁਰੂ ਹੋਈ। ਰਾਮ ਸਿੰਘ ਨੇ ਤਜਵੀਜ਼ ਕੀਤੀ ਕਿ ਦੋਵੇਂ ਧਿਰਾਂ ਆਪਣੀਆਂ ਪੁਰਾਣੀਆਂ ਹੱਦਾਂ ਤੇ ਟਿਕ ਜਾਣ। ਇਸ ਤਰ੍ਹਾਂ ਦੋਹਾਂ ਧਿਰਾਂ ਦੀ ਰਹਿ ਆਈ ਅਤੇ ਖੂਨ ਖਰਾਬਾ ਬੰਦ ਹੋਇਆ। ਦੋਹਾਂ ਪਾਸਿਆਂ ਦੇ ਸਿਪਾਹੀਆਂ ਨੇ ਸ਼ੁਕਰ ਮਨਾਇਆ ਕਿ ਕਾਫੀ ਚਿਰ ਤੋਂ ਚੱਲਦੀ ਲੜਾਈ ਅਮਨ ਤੇ ਸ਼ਾਂਤੀ ਦੇ ਸੰਦੇਸ਼ ਨਾਲ ਖਤਮ ਹੋਈ। ਇਹ ਜ਼ਿਕਰ ਸਨ 1670 ਦਾ ਹੈ। ਸਿੱਖ ਇਤਿਹਾਸ ਲਿਖਦਾ ਹੈ ਕਿ ਦਰਿਆ ਬ੍ਰਹਮਪੁੱਤਰ ਦੇ ਪੂਰਬਲੇ ਕੰਢੇ ਉੱਤੇ ਵਸਦੇ ਸ਼ਹਿਰ ਧੁਬਰੀ ਦੇ ਪਾਸ ਦੋਹਾਂ ਪਾਸਿਆਂ ਦੀ ਫੌਜ ਦੇ ਹਰੇਕ ਸਿਪਾਹੀ ਨੇ ਮਿੱਟੀ ਪੁੱਟ ਕੇ ਆਪੋ ਆਪਣੀ ਢਾਲ ਵਿੱਚ ਲਿਆ ਕੇ ਉੱਥੇ ਇੱਕ ਉੱਚਾ ਦਮਦਮਾ ਤਿਆਰ ਕਰ ਦਿੱਤਾ, ਜੋ ਹੁਣ ਤੱਕ ਗੁਰੂ ਨਾਨਕ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿੱਚ ਕਾਇਮ ਹੈ। ਅਸੀਂ ਦੇਖਿਆ ਕਿ ਜਦੋਂ ਵੀ ਦੋ ਤਾਕਤਾਂ ਦੀ ਲੜਾਈ ਹੁੰਦੀ ਹੈ ਤਾਂ ਲੜਨ ਤੇ ਮਰਨ ਵਾਲਾ ਗਰੀਬ ਸਿਪਾਹੀ ਹੀ ਹੁੰਦਾ ਹੈ।
ਪਰ ਜ਼ਿਆਦਾਤਰ ਲੜਾਈ ਦਾ ਮੁੱਖ ਕਾਰਨ ਨੇਤਾਵਾਂ ਵੱਲੋਂ ਆਪਣੀ ਸੀਮਾ ਵਧਾਉਣ ਦਾ ਹੰਕਾਰ ਹੁੰਦਾ ਹੈ, ਪਰ ਉਹ ਨੇਤਾ ਅਕਸਰ ਸੁਰੱਖਿਅਤ ਹੀ ਰਹਿੰਦੇ ਹਨ। ਅੱਜ ਹਿੰਦ ਪਾਕ ਦੇ ਝਗੜੇ ਵਿੱਚ ਵੀ ਕਈ ਗਰੀਬ ਫੌਜੀ ਤੇ ਆਮ ਜਨਤਾ ਦੋਹਾਂ ਪਾਸਿਆਂ ਤੋਂ ਮਾਰੀ ਜਾ ਰਹੀ ਹੈ, ਪਰ ਰਾਜਨੀਤਿਕ ਨੇਤਾ ਝੂਠੀ ਰਾਸ਼ਟਰ ਭਗਤੀ ਦੇ ਨਾਂ ਥੱਲੇ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਕਰ ਰਹੇ ਨੇ। ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਰਾਸ਼ਟਰ ਦਾ ਮਕਸਦ ਮਨੁੱਖਤਾ ਦੀ ਸੇਵਾ ਹੁੰਦਾ ਹੈ। ਪਰਮਾਤਮਾ ਨੇ ਮਨੁੱਖ ਬਣਾਏ ਨੇ, ਪਰ ਦੇਸ਼ ਜਾਂ ਬਾਰਡਰ ਮਨੁੱਖ ਨੇ ਆਪ ਬਣਾਏ ਨੇ। ਨੇਤਾਵਾਂ ਵੱਲੋਂ ਬਣਾਏ ਦੇਸ਼ਾਂ ਦੇ ਨਕਸ਼ੇ ਪਰਮਾਤਮਾ ਵੱਲੋਂ ਬਣਾਈ ਮਨੁੱਖਤਾ ਤੋਂ ਵੱਡੀ ਨਹੀਂ ਹੋ ਸਕਦੀ। 13 ਮਈ 1665 ਈਸਵੀ ਨੂੰ ਰਿਆਸਤ ਕਹਿਲੂਰ ਦੇ ਰਾਜੇ ਦੀਪ ਚੰਦ ਦੀ ਮੌਤ ਹੋ ਗਈ। ਉਸ ਦਾ ਪਿਤਾ ਰਾਜਾ ਤਾਰਾ ਚੰਦ 52 ਰਾਜਿਆਂ ਵਿੱਚੋਂ ਇੱਕ ਸੀ, ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਜਹਾਂਗੀਰ ਬਾਦਸ਼ਾਹ ਦੀ ਨਜ਼ਰਬੰਦੀ ਵਿੱਚੋਂ ਛੁਡਾਇਆ ਸੀ। ਉਸ ਦਿਨ ਤੋਂ ਰਾਜਾ ਤਾਰਾ ਚੰਦ ਦਾ ਖਾਨਦਾਨ ਗੁਰੂ ਘਰ ਦਾ ਬਹੁਤ ਸਤਿਕਾਰ ਕਰਦਾ ਸੀ। ਰਾਜਾ ਦੀਪ ਚੰਦ ਦੀ ਰਾਣੀ ਨੇ ਆਪਣੇ ਪਤੀ ਦੇ ਅੰਤਿਮ ਕਿਰਿਆ ਦੀ ਰਸਮ ਸਮੇਂ ਗੁਰੂ ਤੇਗ ਬਹਾਦਰ ਜੀ ਨੂੰ ਉਚੇਚਾ ਸੁਨੇਹਾ ਭੇਜ ਕੇ ਬੁਲਾਇਆ। ਗੁਰੂ ਤੇਗ ਬਹਾਦਰ ਜੀ ਰਾਣੀ ਦੇ ਸੱਦੇ ਤੇ ਕਹਿਲੂਰ ਪੁੱਜੇ। ਕਿਰਿਆ ਦੀ ਰਸਮ ਪੂਰੀ ਹੋਣ ਪਿੱਛੋਂ ਗੁਰੂ ਜੀ ਨੇ ਰਾਣੀ ਨਾਲ ਮਾਖੋਵਾਲ ਪਿੰਡ ਖਰੀਦਣ ਦੀ ਗੱਲ ਕੀਤੀ। ਰਾਣੀ ਨੇ ਪਿੰਡ ਭੇਟ ਕਰਨਾ ਚਾਹਿਆ, ਪਰ ਗੁਰੂ ਜੀ ਨੇ ਮੁੱਲ ਤਾਰੇ ਬਿਨਾਂ ਜ਼ਮੀਨ ਲੈਣ ਤੋਂ ਇਨਕਾਰ ਕਰ ਦਿੱਤਾ। ਉਸ ਪਿੱਛੋਂ ਗੁਰੂ ਜੀ ਨੇ 500 ਰੁਪਏ ਦੇ ਕੇ ਮਾਖੋਵਾਲ ਪਿੰਡ ਆਪਣੇ ਨਾਂ ਕਰਵਾ ਲਿਆ। ਮਾਖੋਵਾਲ ਪਿੰਡ ਵਿੱਚ ਇੱਕ ਦੈਂਤ ਵਰਗਾ ਵੱਡਾ ਡਾਕੂ ਰਹਿੰਦਾ ਸੀ, ਜਿਹੜਾ ਕਿਸੇ ਹੋਰ ਨੂੰ ਪਿੰਡ ਵਿੱਚ ਦੇ ਨੇੜੇ ਤੇੜੇ ਵਸਣ ਨਹੀਂ ਸੀ ਦਿੰਦਾ। ਦੂਰ ਦੂਰ ਤੱਕ ਉਹ ਲੁੱਟਮਾਰ ਕਰਦਾ ਅਤੇ ਪਿੱਛੋਂ ਭੱਜ ਕੇ ਮਾਖੋਵਾਲ ਆਪਣੇ ਟਿਕਾਣੇ ਆ ਜਾਂਦਾ, ਜਿੱਥੇ ਉਸ ਨੂੰ ਫੜਨਾ ਮੁਸ਼ਕਲ ਸੀ, ਕਿਉਂਕਿ ਇੱਥੇ ਉਸ ਦੇ ਛੁਪਣ ਦੀ ਪਹਾੜੀਆਂ ਵਿੱਚ ਬਹੁਤ ਖੱਡਾਂ ਸਨ। ਗੁਰੂ ਤੇਗ ਬਹਾਦਰ ਜੀ ਔਰੰਗਜ਼ੇਬ ਦੇ ਵਿਚਾਰਾਂ ਨੂੰ ਸਮਝਦੇ ਸਨ। ਉਹਨਾਂ ਨੂੰ ਗਿਆਨ ਸੀ ਕਿ ਕਿਵੇਂ ਜ਼ੁਲਮ ਦੇ ਟਾਕਰੇ ਲਈ ਉਹਨਾਂ ਦੇ ਪਿਤਾ ਗੁਰੂ ਹਰਗੋਬਿੰਦ ਜੀ ਨੂੰ ਸ਼ਸਤਰ ਉਠਾਉਣੇ ਪਏ ਸਨ ਅਤੇ 4 ਜੰਗਾਂ ਅੰਮ੍ਰਿਤਸਰ ਦੇ ਨੇੜੇ ਲੜਨੀਆਂ ਪਈਆਂ ਸਨ। ਉਹ ਜੰਗਾਂ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਨ। ਉਹਨਾਂ 4 ਵਿੱਚ ਹੀ ਸਰਕਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਉਹ ਸਮਾਂ ਹੁਣ ਦੂਰ ਨਹੀਂ ਜਦੋਂ ਫਿਰ ਸ਼ਸਤਰ ਉਠਾਉਣੇ ਪੈਣਗੇ। ਇਹ ਜੰਗਾਂ ਪਹਿਲੀਆਂ ਨਾਲੋਂ ਵੱਡੀਆਂ ਹੋਣਗੀਆਂ। ਉਹਨਾਂ ਜੰਗਾਂ ਲਈ ਮਾਖੋਵਾਲ ਵਰਗੀ ਥਾਂ ਹੀ ਢੁਕਵੀਂ ਸੀ, ਕਿਉਂਕਿ ਮਾਖੋਵਾਲ ਪਹਾੜੀ ਇਲਾਕੇ ਵਿੱਚ ਹੋਣ ਕਾਰਨ ਇੱਕ ਕੁਦਰਤੀ ਕਿਲਾ ਸੀ। ਇੱਕ ਪਾਸੇ ਸਤਲੁਜ ਦਰਿਆ, ਦੂਜੇ ਪਾਸੇ ਸਰਸਾ ਨਦੀ ਅਤੇ ਰਹਿੰਦੇ ਪਾਸੇ ਪਹਾੜ ਅਤੇ ਜੰਗਲ। ਇਹ ਥਾਂ ਦਿੱਲੀ ਤੋਂ ਪਿਸ਼ਾਵਰ ਜਾਣ ਵਾਲੀ ਸੜਕ ਤੋਂ ਕੋਈ 40 ਮੀਲ ਪਹਾੜੀਆਂ ਵੱਲ ਹੋਣ ਕਾਰਨ ਲੜਾਈਆਂ ਲਈ ਬਹੁਤ ਢੁਕਵੀਂ ਸੀ। ਦੁਸ਼ਮਣ ਦੇ ਉਸ ਥਾਂ ਪੁੱਜਣ ਤੱਕ ਕੋਈ ਨਾ ਕੋਈ ਬਚਾਅ ਕਰਨ ਦਾ ਪ੍ਰਬੰਧ ਕੀਤਾ ਜਾ ਸਕਦਾ ਸੀ। ਮਾਖੋਵਾਲ ਪਿੰਡ ਦੀ ਜ਼ਮੀਨ ਖਰੀਦਣ ਪਿੱਛੋਂ ਗੁਰੂ ਤੇਗ ਬਹਾਦਰ ਜੀ ਨੇ ਪਿੰਡ ਦਾ ਨਾਂ ਚੱਕ ਨਾਨਕੀ ਰੱਖਿਆ। ਗੁਰੂ ਜੀ ਨੇ ਸ਼ਹਿਰ ਦਾ ਨਕਸ਼ਾ ਆਪ ਬਣਾ ਕੇ ਦਿੱਤਾ, ਜਿਸ ਵਿੱਚ ਉਹਨਾਂ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਜੰਗਾਂ ਦਾ ਖਾਸ ਖਿਆਲ ਰੱਖਦੇ ਹੋਏ ਸੰਗਤਾਂ ਦੇ ਰਹਿਣ ਦੇ ਮਕਾਨਾਂ, ਬਾਜ਼ਾਰਾਂ ਆਦਿ ਦਾ ਧਿਆਨ ਰੱਖਿਆ, ਤਾਂ ਜੋ ਦੁਸ਼ਮਣ ਲਈ ਇਹ ਸ਼ਹਿਰ ਜਿੱਤਣਾ ਸੌਖਾ ਨਾ ਹੋਵੇ। 4 ਚੌਂਕ, ਪੱਕੀਆਂ ਸੜਕਾਂ ਅਤੇ ਪੱਕੀਆਂ ਗਲੀਆਂ ਬਣਵਾਈਆਂ। ਉਸ ਸ਼ਹਿਰ ਦਾ ਨਾਂ ਗੋਬਿੰਦ ਰਾਏ ਜੀ ਦੇ ਪਟਨਾ ਤੋਂ ਆਉਣ ਪਿੱਛੋਂ ਬਦਲ ਕੇ ਆਨੰਦਪੁਰ ਰੱਖ ਦਿੱਤਾ ਗਿਆ। ਇਸ ਸਾਖੀ ਵਿੱਚ ਅਸੀਂ ਸਮਝਿਆ ਕਿ ਜਦੋਂ ਵੀ ਰਾਜਨੀਤਿਕ ਸ਼ਾਂਤੀ ਦਾ ਸਮਾਂ ਮਿਲਿਆ ਤਾਂ ਗੁਰੂ ਸਾਹਿਬ ਅਵੇਸਲੇ ਨਹੀਂ ਹੋਏ, ਬਲਕਿ ਦੂਰ ਦ੍ਰਿਸ਼ਟੀ ਨਾਲ ਆਉਣ ਵਾਲੇ ਸਮੇਂ ਦੀ ਤਿਆਰੀ ਕੀਤੀ। ਅੱਜ ਸਿੱਖਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਰਾਜਨੀਤਿਕ ਤਬਦੀਲੀਆਂ ਨਾਲ ਸਭ ਕੁਝ ਬਦਲ ਜਾਂਦਾ ਹੈ। ਕਿ ਅੱਜ ਪੰਥ ਪੂਰੀ ਤਰ੍ਹਾਂ ਤਿਆਰ ਹੈ ਕਿ ਜੂਨ 84 ਤੇ ਨਵੰਬਰ 84 ਵਰਗਾ ਘੱਲੂਘਾਰਾ ਦੁਬਾਰਾ ਨਾ ਹੋਵੇ। ਔਰੰਗਜ਼ੇਬ ਨੇ ਆਪਣੇ ਭਰਾਵਾਂ ਨੂੰ ਮਰਵਾ ਕੇ, ਪਿਤਾ ਨੂੰ ਜੇਲ੍ਹ ਵਿੱਚ ਪਾ ਕੇ 31 ਜੁਲਾਈ 1658 ਈਸਵੀ ਨੂੰ ਆਪਣੇ ਬਾਦਸ਼ਾਹ ਹੋਣ ਦੀ ਰਸਮ ਪੂਰੀ ਕੀਤੀ। ਉਸ ਪਿੱਛੋਂ ਉਸਨੇ ਮੱਕਾ ਸ਼ਰੀਫ ਤੋਹਫੇ ਭੇਜੇ, ਜਿਹੜੇ ਮੱਕੇ ਦੇ ਮੌਲਵੀਆਂ ਵਾਪਸ ਕਰ ਦਿੱਤੇ, ਜਿਸ ਨਾਲ ਉਸ ਦੀ ਇਸਲਾਮੀ ਮੁਲਕਾਂ ਵਿੱਚ ਬਹੁਤ ਬਦਨਾਮੀ ਹੋਈ। ਬਦਨਾਮੀ ਦੀ ਕਾਲਖ ਧੋਣ ਲਈ ਉਸਨੇ ਐਲਾਨ ਕੀਤਾ ਕਿ ਦੇਸ਼ ਦਾ ਰਾਜ ਪ੍ਰਬੰਧ ਇਸਲਾਮੀ ਰੀਤੀ ਦੇ ਅਨੁਸਾਰ ਕੀਤਾ ਜਾਵੇਗਾ। ਉਹ ਆਪ ਸੁੰਨੀ ਮੁਸਲਮਾਨ ਸੀ, ਉਸ ਲਈ ਸ਼ੀਆ ਵੀ ਕਾਫਰ ਸਨ। ਉਸ ਦਾ ਅਕੀਦਾ ਸੀ ਕਿ ਕੁਰਾਨ ਸ਼ਰੀਫ ਕਾਫਰਾਂ ਨੂੰ
ਇਸਲਾਮ ਵਿੱਚ ਲਿਆਉਣ ਲਈ ਸਖਤੀ ਦੀ ਖੁੱਲ੍ਹ ਦਿੰਦਾ ਹੈ। ਔਰੰਗਜ਼ੇਬ ਨੇ ਐਲਾਨ ਕੀਤਾ, ਹਿੰਦੂਆਂ ਦੇ ਨਵੇਂ ਮੰਦਰ ਨਾ ਬਣਨ ਦਿੱਤੇ ਜਾਣ। ਪੁਰਾਣੇ ਮੰਦਰਾਂ ਦੀ ਮੁਰੰਮਤ ਰੋਕ ਦਿੱਤੀ। ਉਸਨੇ ਹੁਕਮ ਜਾਰੀ ਕੀਤਾ ਕਿ ਮੁਸਲਮਾਨਾਂ ਪਾਸੋਂ ਚੁੰਗੀ 2.5% ਅਤੇ ਹਿੰਦੂਆਂ ਪਾਸੋਂ 5% ਲਈ ਜਾਵੇ। ਕੁਝ ਸਮੇਂ ਪਿੱਛੋਂ ਮੁਸਲਮਾਨਾਂ ਪਾਸੋਂ ਚੁੰਗੀ ਲੈਣੀ ਬੰਦ ਕਰ ਦਿੱਤੀ। ਹਿੰਦੂਆਂ ਦੀਆਂ ਧਾਰਮਿਕ ਰਸਮਾਂ ਅਤੇ ਪੜ੍ਹਾਈ ਖਤਮ ਕਰਨ ਲਈ ਉਸਨੇ ਮੰਦਰ ਅਤੇ ਪਾਠਸ਼ਾਲਾਵਾਂ ਢਾਏ ਜਾਣ ਦਾ ਐਲਾਨ ਕਰ ਦਿੱਤਾ। ਮਥੁਰਾ, ਅਯੋਧਿਆ, ਬਨਾਰਸ ਆਦਿ ਥਾਵਾਂ ਦੇ ਮੰਦਰ ਢਾਹ ਕੇ ਉਹਨਾਂ ਦੀ ਥਾਂ ਮਸੀਤਾਂ ਉਸਾਰ ਦਿੱਤੀਆਂ ਗਈਆਂ। ਹਿੰਦੂਆਂ ਉੱਪਰ ਹਿੰਦੂ ਹੋਣ ਦਾ ਟੈਕਸ ਲਗਾ ਦਿੱਤਾ। ਹਿੰਦੂ ਮੇਲਿਆਂ ਉੱਪਰ ਜਾਣ ਵਾਲਿਆਂ ਨੂੰ ਵੀ ਟੈਕਸ ਲਗਾ ਦਿੱਤਾ। ਸਰਕਾਰੀ ਨੌਕਰੀਆਂ ਤੋਂ ਹਿੰਦੂਆਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਮਾਲੀ ਹਾਲਤ ਕਮਜ਼ੋਰ ਹੋਣ ਨਾਲ ਗਰੀਬ ਹਿੰਦੂ ਮੁਸਲਮਾਨ ਬਣਨ ਲੱਗ ਪਏ। 1674 ਈਸਵੀ ਵਿੱਚ ਔਰੰਗਜ਼ੇਬ ਨੇ ਸਾਰੇ ਹਿੰਦੁਸਤਾਨ ਦਾ ਇੱਕ ਧਰਮ ਕਰਨ ਲਈ ਕਸ਼ਮੀਰ ਚੁਣਿਆ, ਕਿਉਂਕਿ ਕਸ਼ਮੀਰ ਵਿੱਚ ਬਹੁਤੀ ਆਬਾਦੀ ਬ੍ਰਾਹਮਣਾਂ ਦੀ ਸੀ। ਔਰੰਗਜ਼ੇਬ ਨੇ ਸੋਚਿਆ ਕਿ ਬ੍ਰਾਹਮਣ ਨੂੰ ਡਰਾ ਕੇ ਜਾਂ ਨੌਕਰੀਆਂ ਅਤੇ ਜਗੀਰਾਂ ਦਾ ਲਾਲਚ ਦੇ ਕੇ ਮੁਸਲਮਾਨ ਬਣਾਉਣਾ ਸੌਖਾ ਹੋਵੇਗਾ। ਜਦੋਂ ਹਿੰਦੂਆਂ ਦੇ ਆਗੂ ਮੁਸਲਮਾਨ ਬਣ ਜਾਣਗੇ ਤਾਂ ਉਹਨਾਂ ਦੇ ਪਿੱਛ ਲੱਗੂ ਹਿੰਦੂ ਆਪਣੇ ਆਪ ਇਸਲਾਮ ਧਾਰਨ ਕਰ ਲੈਣਗੇ। ਔਰੰਗਜ਼ੇਬ ਦੇ ਹੁਕਮ ਨਾਲ ਸੈਂਕੜੇ ਬ੍ਰਾਹਮਣਾਂ ਨੂੰ ਬੰਦੀ ਬਣਾ ਕੇ ਉਹਨਾਂ ਉੱਪਰ ਜ਼ਬਰਦਸਤੀ ਸ਼ੁਰੂ ਕੀਤੀ ਗਈ। ਬਹੁਤ ਸਾਰੇ ਕੁੱਟ ਮਾਰ ਨਾ ਸਹਾਰਦੇ ਮੁਸਲਮਾਨ ਬਣ ਗਏ। ਕਸ਼ਮੀਰ ਦੇ ਮੁਖੀ ਪੰਡਤਾਂ ਨੇ ਸੂਬਾ ਸ਼ੇਰ ਅਫਗਾਨ ਖਾਨ ਦੀ ਤਲਵਾਰ ਅੱਗੇ ਸਿਰ ਝੁਕਾਉਣ ਤੋਂ ਪਹਿਲਾਂ ਕਿਰਪਾ ਰਾਮ ਦੀ ਅਗਵਾਈ ਹੇਠ 25 ਮਈ 1675 ਈਸਵੀ ਨੂੰ ਅਨੰਦਪੁਰ ਵਿਖੇ ਗੁਰੂ ਜੀ ਪਾਸ ਆ ਫਰਿਆਦ ਕੀਤੀ। ਗੁਰੂ ਜੀ ਜਾਣਦੇ ਸਨ ਕਿ ਕਮਜ਼ੋਰ ਅਤੇ ਸਹਿਮੇ ਹੋਏ ਲੋਕ ਗੱਲਾਂ ਸੁਣ ਕੇ ਬਹਾਦਰ ਨਹੀਂ ਬਣ ਜਾਂਦੇ। ਉਹਨਾਂ ਦਾ ਭੈ ਦੂਰ ਕਰਨ ਅਤੇ ਨਿਡਰ ਬਣਾਉਣ ਲਈ ਨਿਰਭਉ ਅਤੇ ਮਹਾਨ ਅਗਵਾਈ ਦੀ ਲੋੜ ਹੈ। ਗੁਰੂ ਜੀ ਨੇ ਉਸ ਅਗਵਾਈ ਲਈ ਆਪਣੇ ਆਪ ਨੂੰ ਹਾਜ਼ਰ ਕੀਤਾ, ਜਿਸ ਦੀ ਪ੍ਰੋੜਤਾ ਸਾਹਿਬਜ਼ਾਦੇ ਗੋਬਿੰਦ ਰਾਏ ਨੇ ਵੀ ਕੀਤੀ, ਜਿਨ੍ਹਾਂ ਦੀ ਉਮਰ ਉਸ ਵਕਤ ਸਿਰਫ 8 ਸਾਲ ਦੀ ਸੀ। ਗੁਰੂ ਜੀ ਨੇ ਪੰਡਤਾਂ ਨੂੰ ਕਿਹਾ, ਤੁਸੀਂ ਵਾਪਸ ਜਾ ਕੇ ਸੂਬੇਦਾਰ ਨੂੰ ਕਹਿ ਦੇਵੋ ਕਿ ਸਾਡਾ ਧਾਰਮਿਕ ਆਗੂ ਗੁਰੂ ਤੇਗ ਬਹਾਦਰ ਹੈ। ਜੇ ਤੁਸੀਂ ਉਹਨਾਂ ਨੂੰ ਮੁਸਲਮਾਨ ਬਣਾ ਲਵੋ ਤਾਂ ਅਸੀਂ ਸਾਰੇ ਉਹਨਾਂ ਦੇ ਪਿੱਛੇ ਮੁਸਲਮਾਨ ਬਣ ਜਾਵਾਂਗੇ। ਅਸੀਂ ਦੇਖਿਆ ਕਿ ਕਮਜ਼ੋਰ ਹੋ ਚੁੱਕੀ ਆਮ ਜਨਤਾ ਦੀ ਜ਼ਮੀਰ ਨੂੰ ਬਲਵਾਨ ਕਰਨ ਲਈ, ਹੰਕਾਰੀ ਹਕੂਮਤ ਦਾ ਗਰੂਰ ਤੋੜਨ ਲਈ ਅਤੇ ਮਨੁੱਖੀ ਹੱਕਾਂ ਦੀ ਰਾਖੀ ਵਾਸਤੇ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਕੁਰਬਾਨੀ ਦੇਣ ਦਾ ਫੈਸਲਾ ਕੀਤਾ। ਪਰ ਅੱਜ ਜਦੋਂ ਕੱਟੜ ਹਿੰਦੂਤਵੀ ਤਾਕਤਾਂ ਸਾਰੇ ਦੇਸ਼ ਨੂੰ ਇੱਕ ਧਰਮ ਵਿੱਚ ਤਬਦੀਲ ਕਰਨ ਦੀਆਂ ਗੱਲਾਂ ਕਰਦੀਆਂ ਹਨ ਤੇ ਕਹਿੰਦੀਆਂ ਹਨ ਕਿ ਇਸ ਦੇਸ਼ ਵਿੱਚ ਰਹਿਣ ਵਾਲੇ ਸਾਰਿਆਂ ਨੂੰ ਆਪਣੇ ਆਪ ਨੂੰ ਹਿੰਦੂ ਅਖਵਾਉਣਾ ਪਵੇਗਾ, ਤੇ ਇਹ ਸਭ ਔਰੰਗਜ਼ੇਬ ਦੀ ਯਾਦ ਹੀ ਤਾਜ਼ਾ ਕਰਵਾ ਦਿੰਦੀਆਂ ਨੇ। ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਵਿਦਾ ਕਰਨ ਪਿੱਛੋਂ ਗੁਰਗੱਦੀ ਦੀ ਜ਼ਿੰਮੇਵਾਰੀ 8 ਜੁਲਾਈ 1675 ਈਸਵੀ ਨੂੰ ਗੁਰੂ ਗੋਬਿੰਦ ਰਾਏ ਨੂੰ ਸੌਂਪ ਦਿੱਤੀ। 11 ਜੁਲਾਈ ਨੂੰ ਆਪ ਆਪਣੇ ਨਾਲ 5 ਸਿੱਖ ਦੀਵਾਨ ਮਤੀ ਦਾਸ ਜੀ, ਦਰਬਾਰੀ ਭਾਈ ਦਿਆਲਾ ਜੀ, ਦਰਬਾਰੀ ਲੇਖਕ ਭਾਈ ਸਤੀ ਦਾਸ ਜੀ, ਭਾਈ ਗੁਰਦਿੱਤਾ ਜੀ ਅਤੇ ਭਾਈ ਉਦਾ ਜੀ ਨੂੰ ਲੈ ਕੇ ਦਿੱਲੀ ਨੂੰ ਚੱਲ ਪਏ। ਔਰੰਗਜ਼ੇਬ ਹਸਨ ਅਬਦਾਲ ਪਠਾਨਾਂ ਦੀ ਬਗਾਵਤ ਦਬਾ ਰਿਹਾ ਸੀ। ਗੁਰੂ ਜੀ ਦਾ ਸੁਨੇਹਾ ਉਸ ਨੂੰ ਉੱਥੇ ਪਹੁੰਚਾ ਦਿੱਤਾ ਗਿਆ। ਉਸ ਨੇ ਗੁਰੂ ਜੀ ਦੀ ਗ੍ਰਿਫਤਾਰੀ ਦਾ ਹੁਕਮ ਕਰ ਦਿੱਤਾ। ਗੁਰੂ ਜੀ ਅਤੇ ਉਹਨਾਂ ਦੇ ਨਾਲ 5 ਸਿੱਖਾਂ ਨੂੰ ਆਗਰੇ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਦਿੱਲੀ ਲਿਆ ਕੇ ਇੱਕ ਹਵੇਲੀ ਵਿੱਚ ਕੈਦ ਕਰ ਦਿੱਤਾ। ਔਰੰਗਜ਼ੇਬ ਦਾ ਦੂਜਾ ਹੁਕਮ ਆਇਆ, ਗੁਰੂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਜਾਵੇ, ਜੇ ਨਾ ਮੰਨੇ ਤਾਂ ਤਸੀਹੇ ਦੇ ਕੇ ਕਤਲ ਕਰ ਦਿੱਤਾ ਜਾਵੇ। ਉਸ ਦੇ ਸਰੀਰ ਦੇ ਟੋਟੇ ਕਰਕੇ ਸ਼ਹਿਰ ਦੇ ਸਭਨੀ ਪਾਸੇ ਲਟਕਾ ਦਿੱਤੇ ਜਾਣ। ਔਰੰਗਜ਼ੇਬ ਦਾ ਦੂਜਾ ਹੁਕਮ ਆਉਣ ਪਿੱਛੋਂ ਉਸ ਦੇ ਅਹਿਲਕਾਰਾਂ ਨੇ ਗੁਰੂ ਜੀ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ। ਗੁਰੂ ਜੀ ਨੇ ਨਾ ਕਰ ਦਿੱਤੀ। ਉਹਨਾਂ ਗੁਰੂ ਜੀ ਨਾਲ ਗ੍ਰਿਫਤਾਰ ਕੀਤੇ ਸਿੱਖਾਂ ਨੂੰ ਤਸੀਹੇ ਦੇ ਕੇ ਕਤਲ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦਾ ਖਿਆਲ ਸੀ ਜਦੋਂ ਇਹਨਾਂ ਦੇ ਸਾਹਮਣੇ ਸਿੱਖਾਂ ਨੂੰ ਤਸੀਹੇ ਦੇ ਕੇ ਕਤਲ ਕੀਤਾ ਗਿਆ ਤਾਂ ਗੁਰੂ ਜੀ ਡਰ ਕੇ ਇਸਲਾਮ ਕਬੂਲ ਕਰ ਲੈਣਗੇ। ਕਾਜ਼ੀਆਂ ਦੇ ਹੁਕਮ ਨਾਲ ਭਾਈ ਮਤੀ ਦਾਸ ਜੀ ਨੂੰ 2 ਫੱਟਿਆਂ ਵਿੱਚ ਬੰਨ੍ਹ ਕੇ ਲੱਕੜੀ ਦੀ ਤਰ੍ਹਾਂ ਆਰੇ ਨਾਲ 2 ਹਿੱਸਿਆਂ ਵਿੱਚ ਚੀਰਿਆ ਗਿਆ। ਦੂਜੇ ਦਿਨ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਦੀ ਦੇਗ ਵਿੱਚ ਬਿਠਾ ਦਿੱਤਾ ਗਿਆ। ਤੀਜੇ ਦਿਨ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਗਾ ਦਿੱਤੀ ਗਈ। ਗੁਰੂ ਜੀ ਦੇ ਸਾਹਮਣੇ ਇਸ ਤਰ੍ਹਾਂ ਦੇ ਕਸ਼ਟ ਦੇ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਉਹਨਾਂ
ਗੁਰੂ ਜੀ ਨੂੰ ਇੱਕ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ, ਜਿਸ ਵਿੱਚ ਨਾ ਸਿੱਧੇ ਹੋ ਕੇ ਖੜੇ ਹੋਇਆ ਜਾ ਸਕਦਾ ਸੀ ਅਤੇ ਨਾ ਹੀ ਬੈਠਿਆ ਜਾ ਸਕਦਾ ਸੀ। ਉਸ ਪਿੰਜਰੇ ਦੇ ਅੰਦਰ ਹਰ ਪਾਸੇ ਲੋਹੇ ਦੇ ਤਿੱਖੇ ਸਰੀਏ ਲੱਗੇ ਹੋਏ ਸਨ। ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਉਹਨਾਂ ਦੇ 3 ਸਿੱਖ ਸ਼ਹੀਦ ਕੀਤੇ ਗਏ, ਪਰ ਗੁਰੂ ਜੀ ਆਪਣੇ ਅਕੀਦੇ ਦੇ ਪੱਕੇ ਰਹੇ। ਔਰੰਗਜ਼ੇਬ ਦੇ ਹੁਕਮ ਅਨੁਸਾਰ ਕਾਜ਼ੀ ਨੇ ਗੁਰੂ ਜੀ ਨੂੰ ਜ਼ਗੀਰ ਦਾ ਲਾਲਚ ਵੀ ਦਿੱਤਾ। ਗੁਰੂ ਜੀ ਨੇ ਕਿਹਾ, ਸਾਨੂੰ ਦੁਨੀਆ ਦੇ ਪਦਾਰਥਾਂ ਨਾਲ ਕੋਈ ਪਿਆਰ ਨਹੀਂ, ਸਾਨੂੰ ਸਾਡਾ ਧਰਮ ਸਭ ਤੋਂ ਪਿਆਰਾ ਹੈ। ਗੁਰੂ ਜੀ ਦੇ ਇਨਕਾਰ ਕਰਨ ਪਿੱਛੋਂ ਕਾਜ਼ੀ ਨੇ ਗੁਰੂ ਜੀ ਨੂੰ ਕਰਾਮਾਤ ਦਿਖਾਉਣ ਲਈ ਕਿਹਾ। ਗੁਰੂ ਜੀ ਨੇ ਕਰਾਮਾਤ ਦਿਖਾਉਣ ਤੋਂ ਇਹ ਕਹਿ ਕੇ ਨਾ ਕਰ ਦਿੱਤੀ, ਕਰਾਮਾਤ ਦਿਖਾ ਕੇ ਮੈਂ ਪਰਮਾਤਮਾ ਦਾ ਸ਼ਰੀਕ ਨਹੀਂ ਬਣਨਾ ਚਾਹੁੰਦਾ। ਗੁਰੂ ਜੀ ਦਾ ਨਾਂ ਵਿੱਚ ਉੱਤਰ ਸੁਣ ਕੇ ਕਾਜ਼ੀ ਨੇ ਕਿਹਾ, ਤੁਸੀਂ ਫਿਰ ਮਰਨ ਲਈ ਤਿਆਰ ਹੋ ਜਾਵੋ। ਗੁਰੂ ਜੀ ਨੇ ਕਿਹਾ, ਇਹ ਸਾਨੂੰ ਮਨਜ਼ੂਰ ਹੈ। ਕਾਜ਼ੀ ਨੇ ਗੁਰੂ ਜੀ ਨੂੰ ਕਤਲ ਕੀਤੇ ਜਾਣ ਦਾ ਹੁਕਮ ਸੁਣਾ ਦਿੱਤਾ। ਉਸ ਨੇ ਸਾਰੇ ਸ਼ਹਿਰ ਵਿੱਚ ਗੁਰੂ ਜੀ ਨੂੰ ਕਤਲ ਕੀਤੇ ਜਾਣ ਦਾ ਢੰਡੋਰਾ ਵੀ ਪਿਟਵਾ ਦਿੱਤਾ, ਤਾਂ ਜੋ ਲੋਕ ਆਪਣੀ ਅੱਖੀ ਗੁਰੂ ਜੀ ਨੂੰ ਕਤਲ ਹੁੰਦਾ ਦੇਖ ਕੇ ਡਰ ਜਾਣ ਅਤੇ ਇਸਲਾਮ ਕਬੂਲ ਕਰ ਲੈਣ। 11 ਨਵੰਬਰ 1675 ਈਸਵੀ ਦੀ ਸ਼ਾਮ ਨੂੰ ਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿੱਚੋਂ ਕੱਢਿਆ ਗਿਆ। ਗੁਰੂ ਜੀ ਦੇ ਇਸ਼ਨਾਨ ਕਰਨ ਪਿੱਛੋਂ ਉਹਨਾਂ ਨੂੰ ਨਵੇਂ ਬਣਾਏ ਚਬੂਤਰੇ ਉੱਪਰ ਬਿਠਾ ਦਿੱਤਾ ਗਿਆ। ਹਜ਼ਾਰਾਂ ਲੋਕ ਸ਼ਹੀਦੀ ਦਾ ਕੋਤਕ ਦੇਖਣ ਲਈ ਖੜੇ ਸਨ। ਕਾਜ਼ੀ ਨੇ ਗੁਰੂ ਜੀ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ। ਗੁਰੂ ਜੀ ਨੇ ਨਾ ਕਰ ਦਿੱਤੀ। ਕਾਜ਼ੀ ਦੇ ਹੁਕਮ ਨਾਲ ਸ਼ਾਹੀ ਜੱਲਾਦ ਸੈਯਦ ਜਲਾਲੂਦੀਨ ਨੇ ਤਲਵਾਰ ਚਲਾਈ ਅਤੇ ਗੁਰੂ ਜੀ ਦਾ ਸੀਸ ਧੜ ਨਾਲੋਂ ਅਲੱਗ ਹੋ ਗਿਆ। ਸ਼ਹੀਦੀ ਦਾ ਸਾਕਾ ਹੁੰਦੇ ਸਾਰ ਹਰ ਪਾਸੇ ਹਾਹਾਕਾਰ ਮਚ ਗਈ। ਦੇਖਣ ਆਏ ਲੋਕ ਘਰਾਂ ਨੂੰ ਭੱਜਣ ਲੱਗੇ। ਭਾਈ ਚੇਤਾ ਜੀ ਆਪਣੀ ਬਣਾਈ ਹੋਈ ਸਕੀਮ ਅਨੁਸਾਰ ਝਾੜੂ ਦੇਣ ਵਾਲੇ ਭੰਗੀ ਦਾ ਭੇਸ ਬਣਾ ਕੇ ਚਬੂਤਰੇ ਦੇ ਕੋਲ ਖੜੇ ਸਨ। ਉਹਨਾਂ ਨੇ ਬੜੀ ਫੁਰਤੀ ਨਾਲ ਗੁਰੂ ਜੀ ਦਾ ਸੀਸ ਟੋਕਰੀ ਵਿੱਚ ਰੱਖ ਕੇ ਕੱਪੜੇ ਨਾਲ ਢੱਕ ਲਿਆ। ਉਸ ਪਿੱਛੋਂ ਉਸ ਦੇ ਨਾਲ ਭਾਈ ਨਨੂਆ ਅਤੇ ਭਾਈ ਅੱਡਾ ਜੀ ਮਿਲ ਗਏ। ਉਹ ਸਾਰੇ ਸੀਸ ਲੈ ਕੇ ਅਨੰਦਪੁਰ ਨੂੰ ਚੱਲ ਪਏ। ਰਸਤੇ ਵਿੱਚ ਉਹ 5 ਪੜਾਅ ਕਰਕੇ ਕੀਰਤਪੁਰ ਪੁੱਜੇ। ਕੀਰਤਪੁਰ ਤੋਂ ਸੰਗਤਾਂ ਨੂੰ ਨਾਲ ਲੈ ਕੇ ਅਨੰਦਪੁਰ ਗੁਰੂ ਗੋਬਿੰਦ ਰਾਏ ਜੀ ਪਾਸ ਪਹੁੰਚੇ, ਜਿੱਥੇ ਸੀਸ ਦਾ ਸੰਸਕਾਰ ਕੀਤਾ ਗਿਆ। ਭਾਈ ਲੱਖੀ ਸ਼ਾਹ ਠੇਕੇਦਾਰ ਨੇ ਧੜ ਉਠਾਉਣ ਦੀ ਤਿਆਰੀ ਨਾਲ ਲਾਲ ਕਿਲੇ ਵਿੱਚ ਰਸਦ ਪਹੁੰਚਾ ਕੇ ਗੱਡੇ ਚਾਂਦਨੀ ਚੌਕ ਵੱਲ ਨੂੰ ਹਿੱਕ ਦਿੱਤੇ, ਜਿਸ ਨਾਲ ਧੂੜ ਬਹੁਤ ਵੱਧ ਗਈ। ਪਹਿਰਾ ਦੇਣ ਵਾਲੇ ਸਿਪਾਹੀ ਮੂੰਹ ਦੂਜੇ ਪਾਸੇ ਕਰਕੇ ਖੜੇ ਹੋ ਗਏ। ਭਾਈ ਗੁਰਦਿੱਤਾ ਜੀ ਗੱਡਿਆਂ ਦੇ ਨਾਲ ਸਨ। ਉਹਨਾਂ ਨੇ ਗੁਰੂ ਜੀ ਦਾ ਧੜ ਗੱਡੇ ਉੱਪਰ ਰੱਖ ਕੇ ਲੁਕਾ ਦਿੱਤਾ। ਲੱਖੀ ਸ਼ਾਹ ਦੇ ਘਰ ਰਕਾਬਗੰਜ ਪੁੱਜ ਕੇ ਉਹਨਾਂ ਸਾਰੇ ਘਰ ਦੀ ਚਿਖਾ ਬਣਾ ਕੇ ਧੜ ਦਾ ਸੰਸਕਾਰ ਕਰ ਦਿੱਤਾ। ਗੁਰੂ ਤੇਗ ਬਹਾਦਰ ਜੀ ਦਾ ਸੀਸ ਅਤੇ ਧੜ ਪਹਿਰੇ ਵਿੱਚੋਂ ਉਠਾ ਕੇ ਲੈ ਜਾਣ ਪਿੱਛੋਂ ਔਰੰਗਜ਼ੇਬ ਨੂੰ ਯਕੀਨ ਹੋ ਗਿਆ ਕਿ ਹਿੰਦੁਸਤਾਨ ਵਿੱਚ ਤਲਵਾਰ ਦੇ ਜ਼ੋਰ ਨਾਲ ਇੱਕ ਧਰਮ ਨਹੀਂ ਕੀਤਾ ਜਾ ਸਕਦਾ। ਉਸ ਨੇ ਇੱਕ ਧਰਮ ਕਰਨ ਦਾ ਖਿਆਲ ਤਿਆਗ ਦਿੱਤਾ। ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਦੀ ਸਾਖੀ ਵਿਚਾਰਦਿਆਂ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਜੀ ਦਾ ਦਿੱਤਾ ਹਲੂਨਾ ਯਾਦ ਆਉਂਦਾ। ਉਹ ਇਹ ਕਿ ਗੁਰੂ ਤੇਗ ਬਹਾਦਰ ਜੀ ਉਹ ਸ਼ਖਸੀਅਤ ਹਨ ਜੋ ਸਦਾ ਜਾਗਦੀ ਅਵਸਥਾ ਵਿੱਚ ਰਹਿੰਦੇ ਨੇ। ਉਹ ਐਸੀ ਜਾਗਦੀ ਜ਼ਮੀਰ ਦੇ ਮਾਲਕ ਨੇ ਕਿ ਜਦੋਂ ਗੁਆਂਢੀਆਂ ਦੇ ਘਰ ਨੂੰ ਅੱਗ ਲੱਗੀ ਦੇਖੀ ਤੇ ਆਪਣਾ ਸੁੱਖ ਆਰਾਮ ਤਿਆਗ ਕੇ ਉਸ ਨੂੰ ਬੁਝਾਉਣ ਚੱਲ ਪਏ। ਪਰ ਅੱਜ ਸਿੱਖਾਂ ਦਾ ਆਪਣਾ ਹੀ ਘਰ ਲੁੱਟਿਆ ਜਾ ਰਿਹਾ ਹੈ। ਸਾਡਾ ਸਿਧਾਂਤ, ਸਾਡੇ ਗੁਰਦੁਆਰੇ, ਸਾਡਾ ਇਤਿਹਾਸ, ਸਾਡੀ ਸਾਬਤ ਸੂਰਤ ਸਭ ਤੇ ਹਮਲੇ ਹੋ ਰਹੇ ਨੇ। ਪਰ ਅੱਜ ਗੁਰੂ ਤੇਗ ਬਹਾਦਰ ਜੀ ਦੇ ਅਖਵਾਉਂਦੇ ਸਿੱਖ ਐਸੀ ਗੂੜੀ ਨੀਂਦ ਵਿੱਚ ਸੁੱਤੇ ਹੋਏ ਨੇ ਕਿ ਕਿਸੇ ਗੁਆਂਢੀ ਦਾ ਘਰ ਕੀ ਬਚਾਣਾ, ਅਸੀਂ ਆਪਣਾ ਘਰ ਹੀ ਨਹੀਂ ਬਚਾ ਪਾ ਰਹੇ। ਸੁੱਤੇ ਹੋਏ ਦੀ ਤੇ ਜਾਗਣ ਦੀ ਉਮੀਦ ਹੁੰਦੀ ਹੈ, ਪਰ ਜਿਸ ਦੀ ਜ਼ਮੀਰ ਮਰ ਚੁੱਕੀ ਹੋਵੇ ਉਹ ਕਿਵੇਂ ਜਾਗੇ। ਆਓ ਅਸੀਂ ਵੀ ਗੁਰੂ ਸਾਹਿਬ ਤੋਂ ਸੇਧ ਲੈ ਕੇ ਜਾਗਦੀ ਜ਼ਮੀਰ ਦੇ ਮਾਲਕ ਬਣੀਏ ਅਤੇ ਨਾ ਸਿਰਫ ਆਪਣੇ ਘਰ ਨੂੰ ਬਚਾਈਏ, ਬਲਕਿ ਜਿੱਥੇ ਵੀ ਮਨੁੱਖੀ ਹੱਕਾਂ ਦਾ ਘਾਣ ਹੋਵੇ ਉਸ ਦੇ ਖਿਲਾਫ ਆਵਾਜ਼ ਚੁੱਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।